Hello and welcome back to my YouTube channel. My name is Amninder. I hope you all are doing great in your life and enjoying your life. So आज ਦੀ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ ਤੇ ਰਿਕੁਐਸਟਡ ਵੀਡੀਓ ਵੀ ਸੀਗੀ ਕਿ ਦੀ ਪੈਕਿੰਗ ਗਾਈਡ ਦੇ ਉੱਪਰ ਅਪਡੇਟਡ ਵੀਡੀਓ ਬਣਾਈ ਜਾਵੇ। ਵੈਸੇ ਮੈਂ ਈਅਰ 2022 ਦੇ ਵਿੱਚ ਕਾਫੀ ਸਾਰੀਆਂ ਪੈਕਿੰਗ ਗਾਈਡ ਉੱਪਰ ਵੀਡੀਓਜ਼ ਬਣਾਈਆਂ ਸੀਗੀਆਂ, ਤੁਸੀਂ ਉਹ ਵੀ ਦੇਖ ਸਕਦੇ ਹੋ, ਕਾਫੀ ਹੈਲਪਫੁਲ ਹੈਗੀਆਂ ਨੇ। ਬਟ ਇੱਥੇ ਇੰਨਾ ਟਾਈਮ ਰਹਿਣ ਤੋਂ ਬਾਅਦ ਹੁਣ ਮੈਨੂੰ ਕੀ ਲੱਗਦਾ ਹੈਗਾ ਕਿ ਕਿਹੜੇ ਪ੍ਰੋਡਕਟਸ ਤੁਹਾਨੂੰ ਲੈ ਕੇ ਆਉਣੇ ਚਾਹੀਦੇ ਆ ਜਾਂ ਇੱਥੋਂ ਦੀ ਕੁਆਲਿਟੀ ਕੀ ਹੈਗੀ ਹੈ, ਇੰਡੀਆ ਦੀ ਕੁਆਲਿਟੀ ਕੀ ਹੈ, ਇਹ ਬਹੁਤ ਕੁਝ ਮੈਨੂੰ ਇੱਥੇ ਸਿੱਖਣ ਨੂੰ ਮਿਲਿਆ ਤੇ ਮੈਂ ਵੀ ਬਹੁਤ ਐਕਸਾਈਟਡ ਹਾਂ ਕਿ ਮੈਂ ਤੁਹਾਡੇ ਨਾਲ ਇਹ ਸਭ ਕੁਝ ਐਜ਼ ਅ ਕੁਆਲਿਟੀ ਵਾਈਜ਼ ਕੁਆਂਟੀਟੀ ਵਾਈਜ਼ ਵੀ ਮੈਂ ਤੁਹਾਡੇ ਨਾਲ ਚੀਜ਼ਾਂ ਸ਼ੇਅਰ ਕਰਾਂ ਕਿ ਕਿੱਥੋਂ ਕਿਹੜੀ ਚੀਜ਼ ਖਰੀਦਣੀ ਬੈਟਰ ਰਹੂਗੀ ਤੁਹਾਡੇ ਲਈ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜੀ ਜਿਹੀ ਆਦੀ ਇੰਟਰੋਡਕਸ਼ਨ ਦੇਣਾ ਚਾਹੂੰਗੀ ਕਿਉਂਕਿ ਜਿਹੜੇ ਬੱਚੇ ਨਵੇਂ ਨੇ ਮੇਰੇ ਚੈਨਲ ਉੱਪਰ, ਆਬਵੀਅਸਲੀ ਗੱਲ ਆ ਕਿ ਹੋ ਸਕਦਾ ਤੁਸੀਂ ਪੁਰਾਣੀਆਂ ਵੀਡੀਓਜ਼ ਨਾ ਦੇਖੀਆਂ ਹੋਣ। ਵੈਲ ਐਜ਼ ਯੂ ਨੋ ਦੈਟ ਕਿ ਮਾਈ ਨੇਮ ਇਜ਼ ਅਮਨਿੰਦਰ ਕੌਰ। ਮੈਂ ਇੱਥੇ ਐਡੀਲੇਡ ਦੇ ਵਿੱਚ ਰਹਿ ਰਹੀ ਹਾਂ, ਆਸਟ੍ਰੇਲੀਆ ਦੇ ਵਿੱਚ, ਤੇ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਤੋਂ ਆਪਦੀ ਮਾਸਟਰ ਡਿਗਰੀ ਕਰ ਰਹੀ ਹੈਗੀ ਆ, ਮਾਸਟਰਸ ਆਫ ਐਜੂਕੇਸ਼ਨ ਟੈਸੋਲ, ਐਂਡ ਇਹ ਮੇਰਾ ਸੈਕੰਡ ਈਅਰ ਚੱਲ ਰਿਹਾ ਹੈਗਾ। ਮੇਰਾ ਇਸ ਚੈਨਲ ਦਾ ਮੇਨ ਮੋਟਿਵ ਹੁੰਦਾ ਕਿ ਮੈਂ ਤੁਹਾਡੇ ਨਾਲ ਇੱਥੋਂ ਦੀ ਰਿਐਲਿਟੀ, ਐਡਵਾਂਟੇਜਸ, ਡਿਸਐਡਵਾਂਟੇਜਸ, ਜਿਹੜੀਆਂ ਜੌਬਸ ਤੁਸੀਂ ਕਰ ਸਕਦੇ ਹੈਗੇ ਹੋ, ਸਟੱਡੀ 'ਚ ਕੀ ਡਿਫਰੈਂਸ ਹੈਗਾ, ਤਾਂ ਇਹ ਸਾਰੀਆਂ ਚੀਜ਼ਾਂ ਮੇਰੀਆਂ ਤੁਹਾਡੇ ਨਾਲ ਸ਼ੇਅਰ ਕਰਨ ਦਾ ਇਸ ਚੈਨਲ ਉੱਪਰ ਮੇਨ ਮੋਟਿਵ ਹੁੰਦਾ ਹੈਗਾ। ਤੇ ਮੈਂ ਬਹੁਤ ਜ਼ਿਆਦਾ ਥੈਂਕਫੁਲ ਹਾਂ ਤੁਹਾਡੇ ਸਾਰਿਆਂ ਦੇ ਕਿ ਤੁਸੀਂ ਮੇਰੇ ਚੈਨਲ ਨੂੰ ਇੰਨਾ ਜ਼ਿਆਦਾ ਸਪੋਰਟ ਕਰ ਰਹੇ ਹੈਗੇ ਹੋ ਐਂਡ ਮੇਰੀਆਂ ਵੀਡੀਓਜ਼ ਨੂੰ ਇੰਨਾ ਜ਼ਿਆਦਾ ਪਸੰਦ ਕਰ ਰਹੇ ਹੋ, ਐਂਡ ਇਹੀ ਚੀਜ਼ਾਂ ਮੈਨੂੰ ਮੋਟੀਵੇਟ ਕਰਦੀਆਂ ਨੇ ਕਿ ਮੈਂ ਤੁਹਾਡੇ ਲਈ ਹੋਰ ਇਸ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦੀ ਰਹਾਂ। ਤਾਂ ਅੱਜ ਦੀ ਵੀਡੀਓ ਬੇਸਿਕਲੀ ਹੋਊਗੀ ਡਾਕੂਮੈਂਟਸ ਦੇ ਉੱਪਰ, ਬੈਗਸ ਦੇ ਉੱਪਰ, ਤੇ ਐਂਡ ਤੇ ਥੋੜੀ ਜਿਹੀ ਮੈਂ ਆਪਦੀ ਹੋਰ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰੂੰਗੀ। ਐਂਡ ਜਿਹੜੇ ਵੀ ਬੱਚੇ ਜਾਣਨਾ ਚਾਹੁੰਦੇ ਆ ਕਿ ਜੌਬਸ ਲਈ ਤੁਹਾਨੂੰ ਕੀ ਕੁਝ ਸਿੱਖ ਕੇ ਆਉਣਾ ਚਾਹੀਦਾ, ਉਹਨਾਂ ਚੀਜ਼ਾਂ ਬਾਰੇ ਵੀ ਐਂਡ ਤੇ ਡਿਸਕਸ ਕਰਾਂਗੇ। ਸੋ ਵਿਦਆਊਟ ਵੇਸਟਿੰਗ ਐਨੀ ਟਾਈਮ, ਲੈਟਸ ਬਿਗਿਨ ਟੂਡੇਜ਼ ਵੀਡੀਓ। ਸੋ ਲੈਟਸ ਟਾਕ ਅਬਾਊਟ ਡਾਕੂਮੈਂਟਸ। ਡਾਕੂਮੈਂਟ ਸਭ ਤੋਂ ਇੰਪੋਰਟੈਂਟ ਨੇ, ਠੀਕ ਹੈ। ਬਾਕੀ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਤੁਹਾਡੀ ਪ੍ਰਾਇੋਰਿਟੀ ਡਾਕੂਮੈਂਟਸ ਨੂੰ ਲੈ ਕੇ ਹੋਣੀ ਚਾਹੀਦੀ ਆ। ਤਾਂ ਵਨ ਬਾਏ ਵਨ ਸਟਾਰਟਿੰਗ ਤੋਂ ਸਟਾਰਟ ਕਰਦੇ ਆ ਕਿ ਕਿਹੜੇ ਡਾਕੂਮੈਂਟਸ ਤੁਸੀਂ ਲੈ ਕੇ ਆਉਣੇ ਹੈਗੇ। ਸਭ ਤੋਂ ਪਹਿਲਾਂ ਐਕੈਡੈਮਿਕ ਸਾਰੇ ਡਾਕੂਮੈਂਟਸ, ਠੀਕ ਹੈ। ਤੁਸੀਂ ਬੈਚਲਰਸ ਕੀਤੀ ਆ, +2 ਕੀਤੀ ਹੈਗੀ ਆ, ਠੀਕ ਹੈ, ਮਾਸਟਰਸ ਡਿਗਰੀ ਕੀਤੀ ਆ, ਜਿੰਨੇ ਵੀ ਡਾਕੂਮੈਂਟਸ ਨੇ ਪਲੱਸ ਤੁਹਾਡੀਆਂ ਜਿੰਨੀਆਂ ਵੀ ਡਿਗਰੀਜ਼ ਹੈਗੀਆਂ, DMC ਹੋਣੇ ਚਾਹੀਦੇ ਤੇ ਡਿਗਰੀਜ਼, ਹੈ ਨਾ। ਇਹਨਾਂ ਦਾ ਇੱਕ ਤੁਸੀਂ ਫੋਲਡਰ ਲਗਾ ਲਓ ਜਿਹਦੇ ਵਿੱਚ ਤੁਹਾਡੇ ਸਾਰੇ ਡਾਕੂਮੈਂਟਸ ਇੱਕ ਸਿਸਟਮੈਟਿਕ ਵੇ ਦੇ ਵਿੱਚ ਜਾਂ ਆਰਗੇਨਾਈਜ਼ਡ ਵੇ ਦੇ ਵਿੱਚ ਹੋਣੇ ਚਾਹੀਦੇ ਹੈਗੇ ਆ। ਵੈਸੇ ਤੁਸੀਂ ਵੀਜ਼ਾ ਲਗਵਾ ਰਹੇ ਹੈਗੇ ਹੋ, ਫਾਈਲ ਲਗਾਈ ਹੋਊਗੀ ਜਾਂ ਵੀਜ਼ਾ ਆ ਗਿਆ ਹੋਊਗਾ, ਤੁਸੀਂ ਇਹ ਸਾਰੇ ਡਾਕੂਮੈਂਟਸ ਮਤਲਬ ਆਲਰੇਡੀ ਕਲੈਕਟ ਕੀਤੇ ਹੋਣਗੇ, ਬਟ ਬਾਹਰ ਲੈ ਕੇ ਆਉਣ ਵਾਸਤੇ ਵੀ ਤੁਹਾਨੂੰ ਇਹ ਸਾਰੇ ਡਾਕੂਮੈਂਟਸ ਚਾਹੀਦੇ ਹੋਣਗੇ। ਆਫਟਰ ਦੈਟ ਤੁਹਾਡੇ ਕੋਲੇ ਹੋਣਾ ਚਾਹੀਦਾ ਆਫਰ ਲੈਟਰ। ਸੋ ਵਨ ਬਾਏ ਵਨ ਤੁਸੀਂ ਪਹਿਲਾਂ ਆਫਰ ਲੈਟਰ ਅਪਲਾਈ ਕੀਤਾ ਸੀ ਤਾਂ ਤੁਹਾਡੇ ਕੋਲੇ ਆਫਰ ਲੈਟਰ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਤੁਹਾਡੀ COE ਆਈ ਸੀ ਤਾਂ ਤੁਹਾਡੇ ਕੋਲੇ COE ਹੋਣੀ ਚਾਹੀਦੀ ਹੈ। ਨੈਕਸਟ ਤੁਹਾਡੇ ਕੋਲੇ ਵੀਜ਼ਾ ਹੋਣਾ ਚਾਹੀਦਾ। ਤਾਂ ਇਹ 3 ਡਾਕੂਮੈਂਟਸ ਤੁਹਾਡੇ ਤੋਂ 에ਅਰਪੋਰਟ ਤੇ ਮੰਗ ਸਕਦੇ ਆ। ਸਾਡੇ ਤੋਂ ਮੰਗੇ ਸੀਗੇ ਇਹ ਚੀਜ਼, COE ਐਂਡ ਵੀਜ਼ਾ, ਤਾਂ ਆਪਾਂ ਉੱਥੇ ਸ਼ੋਅ ਕਰਨਾ ਹੁੰਦਾ। ਇਹ 2 ਡਾਕੂਮੈਂਟਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੇ ਆ। ਵੀਜ਼ੇ ਤੋਂ ਬਾਅਦ ਤੁਹਾਡੇ ਕੋਲੇ ਹੋਣਾ ਚਾਹੀਦੀ ਹੈ ਵੈਕਸੀਨੇਸ਼ਨ ਸਰਟੀਫਿਕੇਟ। ਆਫਟਰ ਦੈਟ ਤੁਹਾਡੇ ਕੋਲ ਪਾਸਪੋਰਟ ਹੋਣਾ ਚਾਹੀਦਾ ਹੈ, ਉਹ ਤਾਂ ਹੋਣਾ ਹੀ ਚਾਹੀਦਾ। ਇਸ ਤੋਂ ਬਾਅਦ ਤੁਹਾਡੇ ਕੋਲ ਪੈਨ ਕਾਰਡ ਹੋਣਾ ਚਾਹੀਦਾ ਹੈਗਾ, ਐਂਡ ਅਗਰ ਤੁਹਾਡੇ ਕੋਲੇ ਕ੍ਰੈਡਿਟ ਕਾਰਡ ਹੈਗਾ ਤਾਂ ਉਹ ਵੀ ਤੁਸੀਂ ਨਾਲ ਲੈ ਕੇ ਆਉਣਾ ਹੈਗਾ। ਉਹਦਾ ਮੇਨ ਰੀਜ਼ਨ ਇਹ ਹੈਗਾ ਕਿ ਜਦੋਂ ਅਸੀਂ ਆਉਣਾ ਸੀਗਾ ਇੱਥੇ, ਠੀਕ ਹੈ, ਸਾਡੇ ਤੋਂ ਕੀ ਮਿਸਟੇਕ ਹੋਈ ਕਿ ਸਾਡੀ ਸਟੇ ਸੀਗੀ ਸਿਡਨੀ। ਤਾਂ ਅਸੀਂ ਇੰਡੀਆ ਤੋਂ ਪਹਿਲਾਂ ਸਿਡਨੀ ਆਉਣਾ ਸੀ, ਸਿਡਨੀ ਸਾਡੀ 2 ਤੋਂ 3 ਘੰਟਿਆਂ ਦੀ ਸਟੇ ਸੀਗੀ। ਆਫਟਰ ਦੈਟ ਅਸੀਂ ਐਡੀਲੇਡ ਆਉਣਾ ਸੀਗਾ। ਤਾਂ ਇੰਡੀਆ ਤੋਂ ਲੈ ਕੇ ਤਾਂ ਸਿਡਨੀ ਤੱਕ ਸਾਡਾ ਜਿਹੜਾ weight ਸੀਗਾ ਉਹ 30 kg + 7 ਸੀਗਾ। 30 kg ਬਿਗ ਬੈਗ ਦਾ ਐਂਡ 7 kg ਸਾਡੇ ਹੈਂਡ ਬੈਗ ਦਾ ਸੀਗਾ। ਬਟ ਇਸ ਤੋਂ ਬਾਅਦ ਵਾਲੀ ਜਿਹੜੀ ਸਾਡੀ ਫਲਾਈਟ ਸੀਗੀ ਉਹਦਾ weight ਕੁਝ 25 kg ਸੀਗਾ। ਤਾਂ ਹੁਣ ਤੁਸੀਂ ਇਹ ਦੇਖ ਲਓ ਕਿ 30 ਤੋਂ ਉਹ ਡਿਕਰੀਜ਼ ਹੋ ਕੇ 25 ਹੋ ਗਿਆ। ਤਾਂ ਉਸ ਟਾਈਮ ਦੇ ਉੱਪਰ ਜਦੋਂ ਅਸੀਂ ਚੈੱਕ ਇਨ ਕੀਤਾ ਤਾਂ ਉਹ ਕਹਿੰਦੇ ਕਿ ਤੁਹਾਡਾ weight ਜ਼ਿਆਦਾ ਹੈਗਾ, ਤੁਹਾਨੂੰ ਜਾਂ ਤਾਂ ਉਹਦੇ ਵਿੱਚੋਂ ਸਾਰਾ ਸਮਾਨ ਕੱਢਣਾ ਪਏਗਾ ਤੇ ਜਾਂ ਫਿਰ ਤੁਹਾਨੂੰ ਉਹਦੇ ਐਕਸਟਰਾ ਪੇ ਕਰਨੇ ਪੈਣਗੇ। ਤਾਂ ਹੁਣ ਪੇ ਕਰਨ ਲਈ ਤਾਂ ਅਸੀਂ ਰੈਡੀ ਸੀ, ਆਬਵੀਅਸਲੀ ਕੋਈ ਵੀ ਨਹੀਂ ਚਾਹੂਗਾ ਕਿ ਅਸੀਂ ਬੈਗ ਦੇ ਵਿੱਚੋਂ ਸਮਾਨ ਕੱਢੀਏ, ਹੈ ਨਾ, ਜੋ ਆਪਾਂ ਇੰਡੀਆ ਤੋਂ ਲੈ ਕੇ ਆਏ ਹੈਗੇ ਆ। ਤਾਂ ਵੈਸੇ ਤਾਂ 에ਅਰਪੋਰਟ ਦੇ ਉੱਪਰ ਵਾਈਫਾਈ ਹੁੰਦਾ ਹੈਗਾ, ਪਰ ਅਸੀਂ ਫਿਰ ਵੀ ਜਿਨ੍ਹਾਂ ਕੋਲ ਇੱਥੇ ਆਉਣਾ ਸੀਗਾ ਉਹਨਾਂ ਨੂੰ ਕਾਲ ਟਰਾਈ ਕਰ ਰਹੇ ਸੀਗੇ ਕਿ ਹੁਣ ਅਸੀਂ ਇਹ ਜੀ ਸਿਚੁਏਸ਼ਨ 'ਚ ਕੀ ਕਰੀਏ, ਹੁਣ ਅਸੀਂ ਐਕਸਟਰਾ ਪੇ ਕਿਵੇਂ ਕਰੀਏ। ਕਿਉਂਕਿ ਅਸੀਂ ਉਹਨਾਂ ਨੂੰ ਜਦੋਂ ਇਹ ਕਿਹਾ ਕਿ ਅਸੀਂ ਤੁਹਾਨੂੰ ਕੈਸ਼ ਦੇ ਦਿੰਦੇ ਹਾਂ, ਕਿਉਂਕਿ ਕੈਸ਼ ਅਸੀਂ ਲੈ ਕੇ ਆਏ ਸੀਗੇ, ਹੈ ਨਾ, ਕਿ ਕੈਸ਼ ਨਾਲ ਪੇ ਕਰ ਦਿੰਦੇ ਆ, ਤਾਂ ਉਹਨਾਂ ਨੇ ਰਿਫਿਊਜ਼ ਕਰਤਾ। ਉਹ ਕਹਿੰਦੇ ਕਿ ਅਸੀਂ ਕੈਸ਼ ਨਹੀਂ ਲੈਂਦੇ ਹੈਗੇ, ਜਾਂ ਤਾਂ ਤੁਹਾਨੂੰ ਟ੍ਰਾਂਜੈਕਸ਼ਨ ਹੀ ਕਰਨੀ ਪਊਗੀ, ਇਸ ਤਰੀਕੇ ਨਾਲ ਤੁਸੀਂ ਪੇ ਕਰ ਸਕਦੇ ਹੋ। ਤਾਂ ਅਸੀਂ ਇੰਨੇ ਜ਼ਿਆਦਾ ਨਰਵਸ ਹੋ ਗਏ, ਕਨਫਿਊਜ਼ ਹੋ ਗਏ ਕਿ ਇਹ ਜੀ ਸਿਚੁਏਸ਼ਨ 'ਚ ਅਸੀਂ ਕਰੀਏ ਕੀ। ਜਿਹਨੂੰ ਅਸੀਂ ਕਾਲ ਲਗਾ ਰਹੇ ਸੀ ਉਹਨੂੰ ਕਾਲ ਲੱਗ ਨਹੀਂ ਰਹੀ ਸੀ। ਜਦੋਂ
ਉਹ ਲੱਗ ਰਹੀ ਸੀ ਤਾਂ ਉਹਨਾਂ ਦੀ ਆਵਾਜ਼ ਨਹੀਂ ਸਮਝ ਆ ਰਹੀ ਸੀ, ਬਟ ਬਾਏ ਚਾਂਸ ਗੱਲ ਕਰਦੇ ਕਰਦੇ ਬਾਏ ਚਾਂਸ ਇਹ ਚੀਜ਼ ਕਹਿਤੀ ਕਿ ਸਾਡੇ ਕੋਲ ਕ੍ਰੈਡਿਟ ਕਾਰਡ ਹੈਗਾ, ਕਿ ਅਸੀਂ ਉਹਦੇ ਚੋਂ ਪੇ ਕਰ ਸਕਦੇ ਹਾਂ, ਕਿ ਉਹ ਇੱਥੇ ਚੱਲੇਗਾ। ਤਾਂ ਉਹਨਾਂ ਨੇ ਕਿਹਾ ਯੈਸ ਕਿ ਤੁਸੀਂ ਕ੍ਰੈਡਿਟ ਕਾਰਡ ਚੋਂ ਪੇ ਕਰ ਸਕਦੇ ਹੈਗੇ। ਤਾਂ ਉਦੋਂ ਉਹ ਕ੍ਰੈਡਿਟ ਕਾਰਡ ਅਸੀਂ ਉਹਦੇ ਵਿੱਚੋਂ ਪੈਸੇ ਕਟਵਾਏ ਐਂਡ ਉਹ ਕ੍ਰੈਡਿਟ ਕਾਰਡ ਅਸੀਂ ਉੱਦਾਂ ਯੂਜ਼ ਕਰ ਪਾਏ। ਤਾਂ ਹੁਣ ਮੇਰਾ ਮੇਨ ਮੋਟਿਵ ਤੁਹਾਨੂੰ ਇਹੀ ਆ ਕਿ ਇਨ ਕੇਸ ਡਾਕੂਮੈਂਟਸ ਤੁਹਾਡੇ ਕੋਲੇ ਸਾਰੇ ਹੋਣੇ ਚਾਹੀਦੇ ਆ। ਆਪਾਂ ਨੂੰ ਨਹੀਂ ਪਤਾ ਕਿ ਕਦੋਂ ਕਿਹੜੇ ਵੇਲੇ ਕਿਹੜੀ ਚੀਜ਼ ਕੰਮ ਆ ਜਾਏ, ਤਾਂ ਕ੍ਰੈਡਿਟ ਕਾਰਡ ਇਸ ਤਰੀਕੇ ਨਾਲ ਕੰਮ ਆਇਆ। ਵੈਸੇ ਤਾਂ ਜਦੋਂ ਤੁਸੀਂ ਇੰਡੀਆ ਤੋਂ ਆਉਣਾ ਹੈਗਾ, ਜਦੋਂ ਤੁਸੀਂ ਫਲਾਈਟਸ ਕਰਵਾਈਆਂ ਤਾਂ ਪ੍ਰੋਪਰਲੀ ਉਹਨਾਂ ਦੀ ਸਾਈਟ ਤੇ ਆਪਦੀ ਟਿਕਟਸ ਦੇ ਉੱਪਰ ਸਾਰੀ ਚੀਜ਼ ਤੁਸੀਂ ਚੈੱਕ ਕਰਨੀ ਹੈਗੀ ਆ ਕਿ ਤੁਹਾਡਾ ਕਿੰਨਾ weight ਹੈਗਾ। ਜਦੋਂ ਤੁਸੀਂ ਨੈਕਸਟ ਫਲਾਈਟ ਲੈਣੀ ਹੈਗੀ ਆ, ਉਹ ਫਲਾਈਟ ਦੇ ਵਿੱਚ ਵੀ ਤੁਹਾਡਾ ਸੇਮ weight ਹੋਣਾ ਚਾਹੀਦਾ ਹੈਗਾ ਬੈਗਸ ਦਾ। ਇਹ ਨਾ ਹੋਵੇ ਅਗਰ ਕੋਈ ਘੱਟ ਵੱਧ ਹੈਗਾ ਤਾਂ ਤੁਹਾਡੇ ਕੋਲੇ ਉਹਦਾ ਕੋਈ ਨਾ ਕੋਈ ਸੋਲਿਊਸ਼ਨ ਵੀ ਹੋਣਾ ਚਾਹੀਦਾ ਕਿ ਤੁਸੀਂ ਉੱਥੇ ਐਕਸਟਰਾ ਪੇ ਕਰ ਪਾਓ, ਠੀਕ ਹੈ। ਤਾਂ ਇਹ ਚੀਜ਼ਾਂ ਦਿਮਾਗ 'ਚ ਜ਼ਰੂਰ ਰੱਖਣੀਆਂ ਕਿ ਉਸ ਟਾਈਮ ਸਾਡੇ ਤੋਂ ਕੈਸ਼ ਲਿੱਤਾ ਹੀ ਨਹੀਂ ਗਿਆ, ਮੇਬੀ ਕੋਵਿਡ ਦੀ ਵਜ੍ਹਾ ਕਰਕੇ ਹੋਵੇ, ਬਟ ਉਦੋਂ ਇਹ ਚੀਜ਼ ਅਸੈਪਟੇਬਲ ਨਹੀਂ ਸੀ ਤੇ ਸਾਨੂੰ ਬਚਾਇਆ ਕਿਹਨੇ, ਕ੍ਰੈਡਿਟ ਕਾਰਡ ਨੇ। ਇਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਤੁਸੀਂ ਹੋਰ ਲੈ ਕੇ ਆਉਣੀਆਂ ਹੈਗੀਆਂ ਉਹ ਹੈਗੀਆਂ ਕਿ ਅਗਰ ਤੁਹਾਡੇ ਕੋਲੇ ਕੋਈ ਵੀ ਤੁਹਾਡਾ ਐਕਸਪੀਰੀਅੰਸ ਲੈਟਰ ਹੈਗਾ, ਜਿਵੇਂ ਕਿ ਮੰਨ ਲਓ ਤੁਸੀਂ +2 ਤੋਂ ਬਾਅਦ ਫ੍ਰੀ ਸੀਗੇ, ਤੁਸੀਂ 1 ਸਾਲ ਦਾ ਤੁਹਾਡਾ ਕੋਈ ਗੈਪ ਆ, 1 ਸਾਲ ਦੇ ਵਿੱਚ ਤੁਸੀਂ ਗੈਪ ਦਾ ਕੋਈ ਵੀ ਸਰਟੀਫਿਕੇਟ ਬਣਾਇਆ ਜਾਂ ਤੁਸੀਂ ਜੌਬ ਕੀਤੀ ਜਾਂ ਤੁਹਾਡੇ ਕੋਲੇ ਕਿਸੇ ਵੀ ਚੀਜ਼ ਦਾ ਕੋਈ ਵੀ ਐਕਸਪੀਰੀਅੰਸ ਹੈਗਾ ਤਾਂ ਉਹ ਆਪਦਾ ਐਕਸਪੀਰੀਅੰਸ ਲੈਟਰ ਹੋ ਗਿਆ, ਆਪਦੀਆਂ ਪੇ ਸਲਿਪਸ ਹੋ ਗਈਆਂ, ਉਹ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਲੈ ਕੇ ਆਉਣੀਆਂ ਹੈਗੀਆਂ। ਕਿਉਂਕਿ ਹੁੰਦਾ ਕੀ ਹੈਗਾ ਕਿ ਜਦੋਂ ਆਪਾਂ ਇੱਥੇ ਆਸਟ੍ਰੇਲੀਆ ਆਉਂਦੇ ਹੈਗੇ ਆ, ਆਫਟਰ ਦੈਟ ਆਪਾਂ ਐਜੂਕੇਸ਼ਨਲ ਏਜੰਟ ਦੇ ਨਾਲ ਓਬਵੀਅਸਲੀ ਗੱਲ ਹੈ ਮੀਟਿੰਗ ਕਰਦੇ ਆ ਕਿ ਸਾਡਾ ਇਹ ਕੋਰਸ ਹੈਗਾ, ਇਸ ਕੋਰਸ ਦੇ ਵਿੱਚ ਅਸੀਂ ਇਹ ਕਰ ਰਹੇ ਹੈਗੇ ਆ, ਸਾਡੇ ਕੋਲੇ ਪਹਿਲਾਂ ਇਹ ਐਕਸਪੀਰੀਅੰਸ ਆ। ਤਾਂ ਕਈ ਵਾਰੀ ਕੀ ਹੁੰਦਾ ਕਿ ਆਪਣੇ ਐਕਸਪੀਰੀਅੰਸ ਜੋ ਆਪਣੇ ਕੋਲੇ ਹੁੰਦਾ, ਉਹ ਐਕਸਪੀਰੀਅੰਸ ਲੈਟਰ ਜਾਂ ਉਹ ਚੀਜ਼ਾਂ ਦੇ ਬੇਸਿਸ ਤੇ ਵੀ ਆਪਾਂ ਇੱਥੇ PR ਹੋ ਸਕਦੇ ਆ, ਜਾਂ ਉਹ ਐਕਸਪੀਰੀਅੰਸ ਦੇ ਬੇਸਿਸ ਤੇ ਆਪਾਂ ਨੂੰ ਕੋਈ ਜੌਬ ਮਿਲ ਸਕਦੀ ਹੈਗੀ ਆ, ਜਾਂ ਐਕਸਪੀਰੀਅੰਸ ਦੇ ਬੇਸਿਸ ਤੇ ਆਪਾਂ ਨੂੰ ਕੋਈ ਕੋਰਸ ਮਿਲ ਸਕਦਾ ਹੈਗਾ। ਕਿਉਂਕਿ ਇਹ ਚੀਜ਼ ਮੇਰੇ ਨਾਲ ਵੀ ਹੋਈ ਹੈਗੀ ਆ, ਜਿਹਨੇ ਮੈਨੂੰ ਇੱਥੇ ਲਿਟਰਲੀ ਹੈਲਪ ਕੀਤੀ ਹੈਗੀ ਆ, ਤੇ ਜਿਹਦੇ ਬਾਰੇ ਮੈਂ ਇੰਡੀਆ 'ਚ ਸੋਚ ਵੀ ਨਹੀਂ ਸਕਦੀ ਸੀਗੀ ਕਿ ਵੀ ਇਹ ਚੀਜ਼ ਮੈਨੂੰ ਇੱਥੇ ਆ ਕੇ ਇੰਨੀ ਜ਼ਿਆਦਾ ਹੈਲਪ ਕਰੇਗੀ। ਇਸ ਕਰਕੇ ਅਗਰ ਤੁਹਾਡੇ ਕੋਲ ਕੋਈ ਵੀ ਜੌਬ ਐਕਸਪੀਰੀਅੰਸ ਹੈਗਾ ਨਾ, ਉਹ ਆਪਦੀਆਂ ਚੀਜ਼ਾਂ ਇੱਥੇ ਲੈ ਕੇ ਆਓ। ਤੁਸੀਂ ਰਿਟਰਨਸ ਭਰੀਆਂ ਹੈਗੀਆਂ, ਜੋ ਵੀ ਤੁਹਾਡੇ ਕੋਲੇ ਉਹਦੇ ਪ੍ਰੂਫ ਹੈਗੇ ਆ, ਕਿਉਂਕਿ ਸਾਨੂੰ ਇਹ ਬਾਅਦ ਵਿੱਚ ਪ੍ਰੋਬਲਮ ਆਈ ਇੰਡੀਆ ਤੋਂ ਸਾਰੇ ਡਾਕੂਮੈਂਟਸ ਬਾਅਦ ਵਿੱਚ ਮੰਗਵਾਉਣ ਦੇ ਲਈ, ਕਿਉਂਕਿ ਕਈ ਵਾਰੀ ਆਪਣੇ ਪੇਰੈਂਟਸ ਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਹੁੰਦੀ ਹੈਗੀ ਜਾਂ ਉਹ ਇੰਨੇ ਜ਼ਿਆਦਾ ਡਾਕੂਮੈਂਟਸ ਨਹੀਂ ਇਕੱਠੇ ਕਰ ਸਕਦੇ ਜਿੰਨਾ ਆਪਾਂ ਨੂੰ ਹੁੰਦਾ ਕਿ ਆਪਾਂ ਡਿਟੇਲ ਦੇ ਵਿੱਚ ਉਸ ਚੀਜ਼ ਨੂੰ ਕਲੈਕਟ ਕਰ ਸਕਦੇ ਹੈਗੇ ਆ। ਨੈਕਸਟ ਹੋ ਗਿਆ ਡਰਾਈਵਿੰਗ ਲਾਇਸੈਂਸ। ਵੈਸੇ ਕੋਸ਼ਿਸ਼ ਕਰਿਓ ਕਿ ਡਰਾਈਵਿੰਗ ਲਾਇਸੈਂਸ ਤੁਸੀਂ ਇੰਡੀਆ ਤੋਂ ਬਣਾ ਕੇ ਲਿਆਵੋ ਐਂਡ ਇੰਡੀਆ ਤੋਂ ਡਰਾਈਵਿੰਗ ਵੀ ਸਿੱਖ ਕੇ ਆਵੋ, ਕਿਉਂਕਿ ਇੱਥੇ ਇੰਡੀਅਨ ਡਰਾਈਵਿੰਗ ਲਾਇਸੈਂਸ ਤੇ ਆਸਟ੍ਰੇਲੀਅਨ ਲਾਇਸੈਂਸ ਬਹੁਤ ਵਧੀਆ ਆਰਾਮ ਨਾਲ ਮਿਲ ਜਾਂਦਾ। ਪਰ ਅਗਰ ਆਪਾਂ ਇੱਥੇ ਲਾਇਸੈਂਸ ਬਣਾਉਣਾ ਹੋਵੇ ਤਾਂ ਉਹਦੀਆਂ ਆਪਾਂ ਨੂੰ ਬਹੁਤ ਕਲਾਸਿਸ ਲਗਾਉਣੀਆਂ ਪੈਂਦੀਆਂ ਨੇ ਐਂਡ ਉਹਦੇ ਬਣਨ ਤੇ ਆਪਣੇ ਇੱਥੇ 2 ਸਾਲ ਜਾਂ ਸਾਲ ਆਰਾਮ ਨਾਲ ਲੱਗ ਜਾਂਦਾ ਹੈਗਾ। ਨੈਕਸਟ ਤੁਹਾਡੇ ਕੋਲੇ ਹੋਣਾ ਚਾਹੀਦਾ ਬਰਥ ਸਰਟੀਫਿਕੇਟ, ਕਿਉਂਕਿ ਤੁਹਾਡੀ ਏਜ ਡਿਫਾਈਨ ਕਰੇ ਕਿ ਤੁਹਾਡੀ ਏਜ ਕਿੰਨੀ ਹੈਗੀ ਹੈ। ਵੈਸੇ ਤੁਸੀਂ ਇੱਥੇ ਆਸਟ੍ਰੇਲੀਆ ਆ ਕੇ ਏਜ ਪ੍ਰੂਫ ਕਾਰਡ ਬਣਾ ਸਕਦੇ ਹੋ ਜੋ ਕਿ ਇੱਕ ਆਇਡੈਂਟੀਟੀ ਦਾ ਕੰਮ ਕਰਦਾ, ਪਰ ਕਈ ਵਾਰੀ ਇੱਥੇ ਨਾ ਕੁਝ ਇਦਾਂ ਦੀਆਂ ਜੌਬਸ ਹੁੰਦੀਆਂ ਨੇ ਕਿ ਉਹ ਵੈਸੇ ਜਾਂ ਤਾਂ ਉਹ ਡਰਾਈਵਿੰਗ ਲਾਇਸੈਂਸ ਮੰਗਦੀਆਂ ਨੇ ਤੇ ਜਾਂ ਫਿਰ ਤੁਹਾਡਾ ਬਰਥ ਸਰਟੀਫਿਕੇਟ ਮੰਗਦੀਆਂ ਨੇ। ਕਈ ਜੌਬਸ ਤੇ ਤੁਹਾਨੂੰ ਤੁਹਾਡੀ ਏਜ ਵਾਈਜ਼ ਵੀ ਪੇ ਕੀਤਾ ਜਾਂਦਾ ਕਿ ਜਿਵੇਂ ਹੁਣ 25+ ਨੇ ਉਹਨਾਂ ਨੂੰ ਥੋੜੇ ਜ਼ਿਆਦਾ ਪੇ ਮਿਲਦੀ ਆ, 25 ਤੋਂ ਘੱਟ ਨੇ ਉਹਨਾਂ ਨੂੰ ਘੱਟ ਮਿਲਦੀ ਆ, 20 ਤੋਂ ਘੱਟ ਜਿਹੜੇ ਹੈਗੇ ਨੇ ਉਹਨਾਂ ਨੂੰ ਇਦੋਂ ਘੱਟ ਥੋੜੀ ਪੇ ਮਿਲਦੀ ਹੈ। ਇਹ ਕਈ ਜੌਬਸ ਦਾ ਕ੍ਰਾਈਟੇਰੀਆ ਹੈਗਾ। ਇਨ ਦੈਟ ਕੇਸ ਜਦੋਂ ਆਪਾਂ ਅਪਲਾਈ ਕਰਦੇ ਆ ਨਾ ਉਹਨਾਂ ਦੀ ਸਾਈਟ ਦੇ ਉੱਪਰ, ਤਾਂ ਉਹ ਬਰਥ ਸਰਟੀਫਿਕੇਟ ਮੰਗਦੇ ਨੇ ਜਾਂ ਡਰਾਈਵਿੰਗ ਲਾਇਸੈਂਸ ਮੰਗਦੇ ਨੇ ਜਾਂ ਏਜ ਪ੍ਰੂਫ ਮੰਗਦੇ ਨੇ ਤੁਹਾਡੀ ਏਜ ਦਾ ਮਤਲਬ ਪ੍ਰੂਫ ਲੈਣ ਦੇ ਲਈ। ਤਾਂ ਤੁਹਾਡੇ ਕੋਲੇ ਬਰਥ ਸਰਟੀਫਿਕੇਟ ਵੀ ਹੋਣਾ ਚਾਹੀਦਾ। ਤਾਂ ਆਲ ਇਨ ਆਲ ਤੁਹਾਡੇ ਡਾਕੂਮੈਂਟਸ, ਆਲ ਐਕੈਡੈਮਿਕ ਡਾਕੂਮੈਂਟਸ, ਤੁਹਾਡੇ ਵੀਜ਼ਾ ਨੂੰ ਲੈ ਕੇ ਜਿੰਨੇ ਵੀ ਡਾਕੂਮੈਂਟਸ ਅਪਲਾਈ ਹੋਏ ਸੀਗੇ, ਤੁਹਾਡਾ ਆਫਰ ਲੈਟਰ, COE, ਵੀਜ਼ਾ, ਠੀਕ ਹੈ, ਤੁਹਾਡਾ ਇੰਸ਼ੋਰੈਂਸ ਹੋ ਗਿਆ, ਤੁਹਾਡਾ ਵੈਕਸੀਨੇਸ਼ਨ ਸਰਟੀਫਿਕੇਟ ਹੋ ਗਿਆ, ਤੁਹਾਡਾ ਕੋਈ ਜੌਬ ਐਕਸਪੀਰੀਅੰਸ ਹੋ ਗਿਆ, ਡਰਾਈਵਿੰਗ ਲਾਇਸੈਂਸ ਹੋ ਗਿਆ, ਕ੍ਰੈਡਿਟ ਕਾਰਡ ਹੋ ਗਿਆ, ਪੈਨ ਕਾਰਡ ਹੋ ਗਿਆ, ਠੀਕ ਹੈ। ਇਹ ਸਾਰੇ ਡਾਕੂਮੈਂਟਸ ਤੁਹਾਡੇ ਕੋਲੇ ਹੋਣੇ ਚਾਹੀਦੇ ਆ ਐਂਡ ਇਹ ਡਾਕੂਮੈਂਟਸ ਤੁਹਾਡੇ ਕੋਲੇ, ਠੀਕ ਹੈ, ਹਾਰਡ ਕਾਪੀ 'ਚ ਵੀ ਹੋਣੇ ਚਾਹੀਦੇ ਨੇ ਤੇ ਸੌਫਟ ਕਾਪੀ 'ਚ ਵੀ ਹੋਣੇ ਚਾਹੀਦੇ ਨੇ। ਤਾਂ ਸਾਰਿਆਂ ਦੀ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ PDF ਬਣਾ ਕੇ ਆਪਦੇ ਲੈਪਟਾਪ 'ਚ ਵੀ ਲੈ ਕੇ ਆਉਣੀ ਹੈਗੀ ਆ ਤੇ ਆਪਦੇ ਫੋਨ ਦੇ ਵਿੱਚ ਵੀ ਲੈ ਕੇ ਆਉਣੀ ਹੈਗੀ ਆ। ਤਾਂ ਇਹੀ ਡਾਕੂਮੈਂਟਸ ਤੁਹਾਡੇ ਇੱਥੇ ਕੰਮ ਆਉਣਗੇ ਜਦੋਂ ਵੀ ਤੁਸੀਂ ਚਾਹੇ PR ਅਪਲਾਈ ਕਰਨੀ ਹੈਗੀ ਆ। ਤਾਂ ਇਹ ਤੁਹਾਡੇ ਇਸੈਂਸ਼ੀਅਲਸ ਨੇ। ਅਗਰ ਤੁਹਾਡੇ ਕੋਈ ਐਕਸਟਰਾ ਡਾਕੂਮੈਂਟਸ ਲੱਗੇ ਹੈਗੇ ਆ ਫਾਈਲ ਅਪਲਾਈ ਕਰਨ ਵੇਲੇ, ਜਿਨ੍ਹਾਂ ਦੀ ਜਿਵੇਂ ਮੈਰਿਜ ਹੋਈ ਵੀ ਹੈਗੀ ਆ ਉਹਨਾਂ ਦਾ ਮੈਰਿਜ ਸਰਟੀਫਿਕੇਟ ਵੀ ਫਾਈਲ ਦੇ ਵਿੱਚ ਲੱਗਦਾ ਹੈਗਾ, ਤਾਂ ਤੁਹਾਡੇ ਕੋਲੇ ਮੈਰਿਜ ਸਰਟੀਫਿਕੇਟ ਵੀ ਹੋਣਾ ਚਾਹੀਦਾ। ਅਗਰ ਤੁਸੀਂ ਸਪਾਊਸ ਦੇ ਨਾਲ ਨਹੀਂ ਆ ਰਹੇ ਹੈਗੇ, ਤੁਸੀਂ ਇਕੱਲੇ ਆ ਰਹੇ ਹੋ, ਤਾਂ ਤੁਹਾਨੂੰ ਇੱਥੇ ਆ ਕੇ ਆਪਦੀ ਸਪਾਊਸ ਦੀ ਫਾਈਲ ਵੀ ਤਾਂ ਲਗਾਉਣੀ ਪਏਗੀ। ਤਾਂ ਉਹ ਤੁਹਾਡੇ ਕੋਲੇ ਡਾਕੂਮੈਂਟ ਹੋਣਾ ਚਾਹੀਦਾ ਜਿੱਥੋਂ ਵੀ ਤੁਸੀਂ ਫਾਈਲ ਲਗਵਾ ਰਹੇ ਹੋ। PDF ਦੇ ਵਿੱਚ ਤਾਂ ਐਟਲੀਸਟ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਤੁਸੀਂ ਏਜੰਟਸ ਨਾਲ ਜਦੋਂ ਵੀ ਗੱਲ ਕਰੋ ਤਾਂ ਇਹ ਸਾਰੇ ਡਾਕੂਮੈਂਟਸ ਤੁਸੀਂ ਉਹਨਾਂ ਨੂੰ ਸਮਝਾ ਸਕੋ, ਦਿਖਾ ਸਕੋ ਤੇ ਉਹਨਾਂ ਨੂੰ ਵੀ ਦੇ ਸਕੋ, ਠੀਕ ਹੈ।
ਇਸ ਤੋਂ ਇਲਾਵਾ ਅਗਰ ਤੁਹਾਡਾ ਕੋਈ ਵੀ ਡਰਾਈਵਿੰਗ ਲਾਇਸੈਂਸ ਜਿਵੇਂ ਟਰੱਕ ਦਾ ਬਣਿਆ ਹੈਗਾ, ਠੀਕ ਹੈ, ਜਿਵੇਂ ਕਈ ਜਿਹੜੇ ਬॉयਜ਼ ਹੈਗੇ ਆ ਉਹ ਟਰੱਕ ਦਾ ਲਾਇਸੈਂਸ ਬਣਾ ਲੈਂਦੇ ਨੇ, ਤਾਂ ਉਹ ਵੀ ਤੁਹਾਡੇ ਕੋਲੇ ਹੋਣਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਅਗਰ ਤੁਹਾਡੀ ਕੋਈ ਵੀ ਮਤਲਬ ਮੈਡੀਕਲ ਹਿਸਟਰੀ ਹੈਗੀ ਆ, ਤੁਹਾਡਾ ਕੋਈ ਉੱਦਾਂ ਦਾ ਕੋਈ ਡਾਕੂਮੈਂਟ ਹੈਗਾ, ਤਾਂ ਉਹ ਵੀ ਤੁਹਾਡੇ ਕੋਲੇ ਹੋਣਾ ਹੀ ਚਾਹੀਦਾ ਹੈਗਾ, ਕਿਉਂਕਿ ਇਨ ਕੇਸ ਇਨ ਫਿਊਚਰ ਜਦੋਂ ਤੁਸੀਂ ਮੰਨ ਲਓ ਕੋਈ ਤੁਹਾਡਾ ਆਪਰੇਸ਼ਨ ਹੋਇਆ ਹੈਗਾ, ਠੀਕ ਹੈ, ਤਾਂ ਇਨ ਫਿਊਚਰ ਜਦੋਂ ਤੁਸੀਂ ਫਾਈਲ ਅਪਲਾਈ ਕਰੋਗੇ, ਤੁਹਾਡਾ ਮੈਡੀਕਲ ਹੋਊਗਾ, ਤਾਂ ਉਦੋਂ ਇਹ ਚੀਜ਼ ਪੁੱਛੀ ਜਾਂਦੀ ਹੈ ਕਿ ਤੁਹਾਡੀ ਕੋਈ ਪਹਿਲਾਂ ਕੋਈ ਮੈਡੀਕਲ ਹਿਸਟਰੀ ਹੈਗੀ ਆ, ਤਾਂ ਉੱਥੇ ਤੁਸੀਂ ਇਹ ਚੀਜ਼ ਸ਼ੋ ਕਰਵਾ ਸਕਦੇ ਹੈਗੇ ਹੋ। ਬਟ ਅਗਰ ਤੁਹਾਡੇ ਕੋਲ ਐਕਸਟਰਾ ਦੇ ਡਾਕੂਮੈਂਟਸ ਹੈ ਨਾ, ਉਹਦਾ ਕੋਈ ਨੁਕਸਾਨ ਨਹੀਂ ਹੈਗਾ, ਕਿਉਂਕਿ ਪਤਾ ਨਹੀਂ ਹੁੰਦਾ ਕਦੋਂ ਕਿਹੜੇ ਵੇਲੇ ਕਿਹੜੀ ਚੀਜ਼ ਕੰਮ ਆ ਜਾਏ। ਇਸ ਤੋਂ ਇਲਾਵਾ ਅਗਰ ਕੋਈ ਡਾਕੂਮੈਂਟ ਰਹਿ ਗਿਆ ਹੋਇਆ ਤਾਂ ਮੈਂ ਤੁਹਾਡੇ ਨਾਲ ਨੈਕਸਟ ਆਉਣ ਵਾਲੀ ਵੀਡੀਓ ਦੇ ਵਿੱਚ ਸ਼ੇਅਰ ਕਰ ਦੂੰਗੀ, ਬਟ ਇੰਨੇ ਡਾਕੂਮੈਂਟਸ ਜ਼ਰੂਰ ਤੁਸੀਂ ਆਪਦੇ ਕਲੈਕਟ ਕਰਕੇ ਇੱਕ ਫਾਈਲ ਦੇ ਵਿੱਚ ਰੱਖੋ, ਉਹਦੀ PDF ਬਣਾ ਕੇ ਰੱਖੋ, ਉਹਨਾਂ ਨੂੰ ਆਪਦੀ ਲੈਮੀਨੇਟ ਕਰਵਾ ਕੇ ਰੱਖੋ, ਤਾਂ ਕਿ ਆਉਣ ਜਾਣ ਦੇ ਵਿੱਚ, ਸਫ਼ਰ ਦੇ ਵਿੱਚ ਜਾਂ ਇੱਥੇ ਆ ਕੇ ਉਹ ਚੀਜ਼ ਖਰਾਬ ਨਾ ਹੋਵੇ, ਕਿਉਂਕਿ ਬਾਅਦ 'ਚ ਡਾਕੂਮੈਂਟਸ ਬਣਾਉਣੇ ਬਹੁਤ ਮੁਸ਼ਕਿਲ ਹੋ ਜਾਂਦੇ ਆ, ਤੁਹਾਨੂੰ ਪਤਾ ਹੀ ਹੈ। ਲੇਕਿਨ ਪ੍ਰਾਇੋਰਟੀ ਜਿਹੜੀ ਤੁਹਾਡੀ ਹੋਣੀ ਚਾਹੀਦੀ ਹੈਗੀ ਆ, ਜੋ ਮੈਂ ਪਰਸਨਲੀ ਬਿਲੀਵ ਕਰਦੀ ਹਾਂ ਕਿ ਜਿਹਦੇ ਵੱਲ ਤੁਹਾਨੂੰ ਅੱਜ ਤੋਂ ਹੀ ਧਿਆਨ ਦੇਣਾ ਚਾਹੀਦਾ। ਸੋ ਜਿਹੜੇ ਬੱਚੇ ਫੈਬ ਇਨਟੇਕ ਦੇ ਵਿੱਚ ਆ ਰਹੇ ਹੈਗੇ ਨੇ ਜਾਂ ਆਉਣ ਵਾਲੇ ਜੁਲਾਈ ਇਨਟੇਕ, ਜੋ ਵੀ ਇਨਟੇਕ ਦੇ ਵਿੱਚ ਆ ਰਹੇ ਹੈਗੇ, ਉਹਨਾਂ ਸਾਰਿਆਂ ਨੂੰ ਇਸ ਚੀਜ਼ ਵੱਲ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ ਕਿ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹੈਗੇ ਆ, ਠੀਕ ਹੈ, ਆਸਟ੍ਰੇਲੀਆ, ਤਾਂ ਇੱਥੇ ਬਹੁਤ ਕੁਝ ਬਦਲ ਜਾਂਦਾ ਹੈ। ਬੱਚੇ ਦੇ ਮਾਈਂਡ ਤੇ ਸਟ੍ਰੈਸ ਵੀ ਆਉਂਦਾ ਹੈਗਾ, ਇਕੱਲੇ ਰਹਿਣਾ, ਖਾਣਾ ਬਣਾਉਣਾ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ। ਆਪਣਾ ਹਮੇਸ਼ਾ ਧਿਆਨ ਕੀ ਹੁੰਦਾ ਕਿ ਆਪਾਂ ਜਾ ਰਹੇ ਹਾਂ, ਖੁਸ਼ ਹੋ ਰਹੇ ਹਾਂ ਨਾ ਇਸ ਚੀਜ਼ ਨੂੰ ਲੈ ਕੇ ਕਿ ਨਵੇਂ ਕੱਪੜੇ ਖਰੀਦੋ, ਪਰ ਜਿਹੜੀਆਂ ਚੀਜ਼ਾਂ ਮੇਨ ਹੁੰਦੀਆਂ ਨਾ, ਜਿਹੜੀਆਂ ਚੀਜ਼ਾਂ ਦੀ ਇੰਪੋਰਟੈਂਸ ਹੁੰਦੀ ਆ, ਆਪਾਂ ਕਈ ਵਾਰੀ ਉਹਨਾਂ ਨੂੰ ਇਗਨੋਰ ਕਰ ਦਿੰਦੇ ਹੈਗੇ ਆ। ਤਾਂ ਸੈਕਿੰਡ ਚੀਜ਼ ਆ ਕਿ ਤੁਸੀਂ ਆਪਦੀ ਹੈਲਥ ਵੱਲ ਪੂਰਾ ਧਿਆਨ ਦਿਓ, ਕਿਉਂਕਿ ਕਈ ਬੱਚੇ ਇਦਾਂ ਦੇ ਹੁੰਦੇ ਆ ਕਿ ਜਿਨ੍ਹਾਂ ਦੇ ਜਦੋਂ ਤੱਕ ਘਰਦਿਆਂ ਤੋਂ ਗਾਲਾਂ ਨਾ ਪੈਣ ਖਾਣ ਪੀਣ ਦੇ ਲਈ, ਉਹਨਾਂ ਟਾਈਮ ਉਹ ਖਾਂਦੇ ਪੀਂਦੇ ਨਹੀਂ ਹੈਗੇ। ਮੇਰੇ ਘਰੇ ਵੀ ਮੇਰੀ ਸਿਸਟਰ ਹੈਗੀ ਆ ਕਿ ਉਹਨੂੰ ਜਿੰਨਾ ਟਾਈਮ ਤੱਕ ਨਾ ਖਵਾਓ ਨਾ ਕਿ ਫਰੂਟਸ ਖਾ ਲਾ, ਤੂੰ ਆਹ ਖਾ ਲਾ, ਉਹਨਾਂ ਟਾਈਮ ਉਹ ਖਾਂਦੀ ਨਹੀਂ ਹੈਗੀ, ਤੇ ਹਮੇਸ਼ਾ ਉਹਦੇ ਵਿੱਚ ਮਤਲਬ ਬਲੱਡ ਨੂੰ ਲੈ ਕੇ ਇਸ਼ੂ ਰਹਿੰਦਾ ਹੀ ਹੈ। ਤਾਂ ਇੱਥੇ ਮੈਡੀਕਲ ਹੁੰਦਾ ਹੀ ਹੈ, ਨੋ ਡਾਊਟ, ਬਟ ਆਪਦਾ ਇੱਕ ਪਰਸਨਲ ਤੌਰ ਤੇ ਆਪਦੀ ਇੱਕ ਡਿਊਟੀ ਸਮਝ ਕੇ ਤੁਸੀਂ ਜ਼ਰੂਰ ਆਪਦਾ ਬਲੱਡ ਟੈਸਟ ਕਰਵਾਓ ਕਿ ਤੁਹਾਨੂੰ ਕਿਸ ਚੀਜ਼ ਦੀ ਡੈਫੀਸ਼ੀਐਂਸੀ ਆ। ਤਾਂ ਮੇਰਾ ਮੇਨ ਮੋਟਿਵ ਇਹ ਆ ਤੁਹਾਨੂੰ ਦੱਸਣਾ ਕਿ ਇੱਥੇ ਆ ਕੇ ਕੈਲਸ਼ੀਅਮ ਦੀ, ਆਇਰਨ ਦੀ, ਇਦਾਂ ਦੀਆਂ ਡੈਫੀਸ਼ੀਐਂਸੀਜ਼ ਆਮ ਕਰਕੇ ਬੱਚਿਆਂ ਨੂੰ ਹੋ ਜਾਂਦੀਆਂ। ਤਾਂ ਮੈਂ ਤੁਹਾਨੂੰ ਇਹੀ ਕਹਿੰਦੀ ਹਾਂ ਕਿ ਅਗਰ ਤੁਹਾਡੇ 'ਚ ਇੰਡੀਆ 'ਚ ਇਹ ਚੀਜ਼ ਹੈ ਤਾਂ ਪਹਿਲਾਂ ਹੀ ਤੁਸੀਂ ਉਸ ਚੀਜ਼ ਨੂੰ ਪ੍ਰੋਪਰ ਆਪਦਾ ਮੇਨਟੇਨ ਕਰਕੇ ਆਵੋ। ਅਗਰ ਤੁਹਾਡਾ weight ਵੱਧਦਾ ਹੈਗਾ ਜਾਂ ਤੁਹਾਡੇ 'ਚ ਕੋਈ ਹੋਰ ਪ੍ਰੋਬਲਮ ਹੈਗੀ ਹੈ, ਚੈੱਕਅਪ ਕਰਵਾ ਕੇ ਆਓ, ਕਿਉਂਕਿ ਇੱਥੇ ਆ ਕੇ ਮੈਡੀਕਲ ਸਿਸਟਮ ਵਧੀਆ ਹੈਗਾ, ਪਰ ਤੁਸੀਂ ਹੁਣ ਇਹਨਾਂ ਚੀਜ਼ਾਂ ਲਈ ਤਾਂ ਨਹੀਂ ਨਾ ਸਾਰਾ ਦਿਨ ਤੁਰੇ ਫਿਰੋਗੇ। ਇੱਥੇ ਅਗਰ ਤੁਸੀਂ ਦਿਨ ਰਾਤ ਕੰਮ ਕਰਨਾ ਹੈਗਾ, ਸ਼ਿਫਟਾਂ ਲਾਉਣੀਆਂ ਹੈਗੀਆਂ, ਉਹ ਵੀ ਤਾਂ ਹੀ ਲੱਗਣਗੀਆਂ ਜੇ ਤੁਹਾਡੀ ਹੈਲਥ ਬੈਟਰ ਹੈਗੀ ਆ। ਰਿਸਪੌਂਸਿਬਿਲਿਟੀ ਇੱਥੇ ਆ ਕੇ ਬਹੁਤ ਵੱਧ ਜਾਂਦੀ ਆ, ਬਹੁਤ ਫਰਕ ਹੈ ਇੱਥੇ ਇਸ ਚੀਜ਼ ਦਾ। ਇੰਡੀਆ ਤਾਂ ਆਪਣੇ ਘਰ ਦੇ ਬਾਕੀ ਸਾਰੀਆਂ ਚੀਜ਼ਾਂ ਸਾਂਭ ਲੈਂਦੇ ਨੇ, ਘਰ ਦਾ ਕੰਮ ਹੋ ਗਿਆ, ਜਾਂ ਆਪਾਂ ਨੂੰ ਕਹਿੰਦੇ ਰਹਿੰਦੇ ਨੇ ਕਿ ਤੁਸੀਂ ਸਟੱਡੀ ਕਰੋ, ਤਾਂ ਬਾਹਰ ਦੇ ਕੰਮ ਹੋ ਗਏ, ਡਾਕੂਮੈਂਟਸ ਨੂੰ ਲੈ ਕੇ, ਘਰ ਦੇ ਕੰਮਾਂ ਨੂੰ ਲੈ ਕੇ, ਉਹ ਸਭ ਕੁਝ ਸਾਂਭ ਲੈਂਦੇ ਨੇ। ਇਹ ਚੀਜ਼ ਮੰਨੋ ਚਾਹੇ ਨਾ ਮੰਨੋ, ਉਹ ਸਾਂਭ ਲੈਂਦੇ ਨੇ, ਪਰ ਇੱਥੇ ਆ ਕੇ ਸਾਰੀਆਂ ਚੀਜ਼ਾਂ ਤੁਸੀਂ ਸਾਂਭਣੀਆਂ ਨੇ, ਤਾਂ ਉਹਦੇ ਲਈ ਹੁਣ ਤਕੜੇ ਤਾਂ ਹੋ ਕੇ ਆਉਣਾ ਪਊਗਾ ਨਾ। ਤਾਂ ਇਹ ਸਾਰੀਆਂ ਚੀਜ਼ਾਂ ਵੱਲ ਵੀ ਤੁਸੀਂ ਧਿਆਨ ਦਿਓ। ਨੈਕਸਟ ਪ੍ਰਾਇੋਰਟੀ ਆਉਂਦੀ ਹੈਗੀ ਹੈ ਜੀ ਬੈਗਸ ਨੂੰ ਲੈ ਕੇ, ਜਿਹਦੇ ਵਿੱਚ ਹੁਣ ਤੁਸੀਂ ਭਰ ਕੇ ਸਮਾਨ ਪਾਉਣਾ ਹੈਗਾ। ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਇੰਡੀਆ ਤੋਂ ਟਿਕਟ ਕਰਵਾਈ ਹੈਗੀ ਆ, ਠੀਕ ਆ, ਟਿਕਟ ਜ਼ਰੂਰ ਨਾਲ ਲੈ ਕੇ ਆਉਣੀ ਆ ਫॉर श्योर। ਉਸ ਟਿਕਟ ਦੇ ਵਿੱਚ ਪ੍ਰੋਪਰ ਚੈੱਕ ਕਰਨਾ ਹੈਗਾ ਕਿ ਤੁਹਾਡਾ weight ਕਿੰਨਾ ਹੈਗਾ, 40 kg 30 kg। ਸਾਡਾ weight ਸੀਗਾ 30 kg plus 7 ਜਿਹੜਾ ਸੀਗਾ ਹੈਂਡ ਬੈਗ ਦਾ, 30 kg ਜਿਹੜਾ ਬਿਗ ਬੈਗ ਹੁੰਦਾ ਆਪਣਾ ਲੱਗੇਜ ਬੈਗ, ਉਹਦਾ ਸੀਗਾ, ਠੀਕ ਹੈ। ਤਾਂ ਹੁਣ ਤੁਸੀਂ ਕਿੰਨੇ ਬੈਗ ਚੱਕ ਸਕਦੇ ਹੋ? ਜੇ ਤਾਂ ਦੇਖੋ ਤੁਹਾਡਾ 40 kg weight ਹੈਗਾ ਤਾਂ ਤੁਸੀਂ 20 kg ਦੇ 2 ਬੈਗਸ ਲੈ ਸਕਦੇ ਹੋ, ਕਿਉਂਕਿ ਇੱਕ ਦੇ ਵਿੱਚ 40 kg ਪੈਣਾ ਥੋੜਾ ਇੰਪੋਸੀਬਲ ਜਿਹਾ ਹੋ ਜਾਂਦਾ ਤੇ ਬੈਗ ਵੀ ਓਵਰਲੋਡ ਹੋ ਜਾਂਦਾ। ਜੇ ਤੁਹਾਡਾ 30 kg ਆ ਤਾਂ ਤੁਸੀਂ 30 kg ਵਾਲੇ ਬੈਗ ਨੂੰ ਪਰਚੇਸ ਕਰ ਸਕਦੇ ਹੋ ਤੇ ਆਰਾਮ ਨਾਲ ਉਹਦੇ 'ਚ ਪਾ ਸਕਦੇ ਹੋ। ਅਸੀਂ 30 kg ਵਾਲਾ ਹੀ ਪਰਚੇਸ ਕੀਤਾ ਸੀਗਾ। ਹੁਣ ਜਿਹੜਾ 30 kg ਵਾਲਾ ਬੈਗ ਹੈਗਾ, ਉਹਦੇ ਵਿੱਚ ਤੁਹਾਡੇ ਕੱਪੜੇ ਆਉਣਗੇ, ਤੁਹਾਡੇ ਅਗਰ ਕੋਈ ਵੀ ਬਰਤਨ ਤੁਸੀਂ ਲੈ ਕੇ ਆ ਰਹੇ ਹੈਗੇ ਹੋ, ਉਹ ਚੀਜ਼ਾਂ ਆ ਜਾਣਗੀਆਂ, ਹੇਅਰ ਸਟ੍ਰੇਟਨਰ, ਇਦਾਂ ਦੀਆਂ ਚੀਜ਼ਾਂ ਲੈ ਕੇ ਆ ਰਹੇ ਹੋ, ਉਹ ਸਾਰੇ ਆਪਣੇ ਬਿਗ ਬੈਗਸ ਦੇ ਵਿੱਚ ਹੀ ਹੁੰਦੇ ਆ। ਇਸ ਤੋਂ ਬਾਅਦ ਜਿਹੜਾ ਆਪਣਾ 7 kg ਵਾਲਾ ਬੈਗ ਹੁੰਦਾ, ਉਹਦੇ ਵਿੱਚ ਜਿਵੇਂ ਕਿ ਆਪਾਂ ਨੋਰਮਲ ਚੀਜ਼ਾਂ ਹੀ ਪਾਉਣੀਆਂ ਹੁੰਦੀਆਂ, ਜਿਵੇਂ ਕੱਪੜੇ ਵਗੈਰਾ, ਕੋਈ ਇਹੋ ਜਿਹੀ ਚੀਜ਼ ਨਹੀਂ ਆਪਾਂ ਉਹਦੇ ਵਿੱਚ ਇਨਕਲੂਡ ਕਰਨੀ ਹੁੰਦੀ ਜਿਹੜੀ ਕਿ ਐਜ਼ ਆ ਹਥਿਆਰ ਯੂਜ਼ ਹੋਵੇ, ਕਿਉਂਕਿ ਉਹ ਬੈਗ ਆਪਾਂ ਪਲੇਨ ਦੇ ਵਿੱਚ ਨਾਲ ਲੈ ਕੇ ਜਾਣਾ ਹੁੰਦਾ। ਤਾਂ ਉਹ ਬੈਗ ਤੁਸੀਂ ਮਤਲਬ ਕਿ ਵੀਲਸ ਵਾਲਾ ਵੀ ਲੈ ਸਕਦੇ ਹੈਗੇ ਹੋਗੇ, ਜਾਂ ਤੁਸੀਂ ਹੈਂਗਿੰਗ ਵਾਲਾ ਵੀ ਲੈ ਸਕਦੇ ਹੋ। ਅਸੀਂ ਹੈਂਗਿੰਗ ਵਾਲਾ ਲਿੱਤਾ ਸੀ ਤੇ ਉਹਦੇ ਵਿੱਚ ਵੀਲਸ ਵੀ ਲੱਗੇ ਹੋਏ ਸੀਗੇ, ਤਾਂ ਉਹਨੂੰ ਹੈਂਗ ਵੀ ਕਰ ਸਕਦੇ ਸੀ ਤੇ ਉਹਨੂੰ ਰੋੜ ਵੀ ਸਕਦੇ ਸੀਗੇ। ਇਸ ਤੋਂ ਇਲਾਵਾ ਤੁਸੀਂ ਇੱਕ ਬੈਗ ਹੋਰ ਚੱਕਣਾ ਹੁੰਦਾ ਜੋ ਕਿ ਹੁੰਦਾ ਬੈਕਪੈਕ। ਉਹ ਤੁਸੀਂ ਬੈਕਪੈਕ ਵੀ ਚੱਕ ਸਕਦੇ ਹੋ। ਅਗਰ ਤੁਸੀਂ ਗਰਲਸ ਨੇ ਚੱਕਣਾ ਤਾਂ ਤੁਸੀਂ ਸਾਈਡ ਸਲਿੰਗ ਬੈਗ ਵੀ ਚੱਕ ਸਕਦੇ ਹੋ। ਵੈਸੇ ਬੈਕਪੈਕ ਜ਼ਿਆਦਾ ਮੈਂ ਰეკਮੈਂਡ ਕਰੂੰਗੀ, ਕਿਉਂਕਿ ਉਹਦੇ ਵਿੱਚ ਹੁੰਦੇ ਨੇ ਆਪਣੇ ਡਾਕੂਮੈਂਟਸ ਹੋ ਗਏ, ਉਹਦੇ
ਉਹਦੇ ਵਿੱਚ ਆਪਣੀ ਇਲੈਕਟ੍ਰੋਨਿਕ ਡਿਵਾਈਸਿਸ ਹੋ ਗਈਆਂ, ਜਿਵੇਂ ਕਿ ਚਾਰਜਰ ਹੋ ਗਿਆ ਜੋ ਤੁਸੀਂ ਫੋਨ ਚਾਰਜ ਕਰੋਗੇ, ਤੁਹਾਡਾ ਲੈਪਟਾਪ ਹੋ ਗਿਆ, ਲੈਪਟਾਪ ਦਾ ਚਾਰਜਰ ਹੋ ਗਿਆ, ਤੁਹਾਡਾ ਮਤਲਬ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਹੈਗੀਆਂ ਨੇ ਵਾਈਲ ਟਰੈਵਲਿੰਗ, ਉਹ ਸਾਰੀਆਂ ਚੀਜ਼ਾਂ ਉਹਦੇ 'ਚ ਹੁੰਦੀਆਂ ਨੇ। ਤੇ ਜਿਹੜਾ ਬੈਕਪੈਕ ਹੁੰਦਾ ਨਾ, ਉਹਦਾ ਇੱਕ ਬੈਨੀਫਿਟ ਇਹ ਹੋ ਜਾਂਦਾ ਕਿ ਉਸ ਬੈਕਪੈਕ ਦੇ ਵਿੱਚ ਵੀ ਅਗਰ ਤੁਹਾਡਾ ਕੋਈ ਇਹ ਚੀਜ਼ ਹੈਗੀ ਹੈ ਨਾ ਕਿ ਤੁਹਾਡਾ ਕੋਈ ਕੱਪੜਾ ਰਹਿ ਰਿਹਾ ਹੈਗਾ, ਤੁਹਾਡੀ ਜੀਨ ਰਹਿ ਗਈ ਕਿ ਇਹ ਬੈਗ 'ਚ ਨਹੀਂ ਪੈ ਰਹੀ, ਤੁਸੀਂ ਬੈਕਪੈਕ 'ਚ ਪਾ ਸਕਦੇ ਹੋ ਕਿਉਂਕਿ ਉਹਦਾ ਕੋਈ weight ਨਹੀਂ ਹੁੰਦਾ। ਬਟ ਹੈਂਡ ਬੈਗ ਦਾ ਐਂਡ ਲਗੇਜ ਬੈਗ ਦਾ ਦੋਨਾਂ ਦਾ weight ਕੀਤਾ ਜਾਂਦਾ ਹੈਗਾ। ਦੋਨਾਂ ਦਾ weight ਤੁਸੀਂ ਥੋੜਾ ਥੋੜਾ ਘੱਟ ਰੱਖਣਾ ਹੁੰਦਾ ਗਾ ਜਿੰਨਾ ਉਹਦਾ ਟੋਟਲ weight ਹੁੰਦਾ। ਕਈ ਵਾਰੀ ਕਿਸੇ ਚੀਜ਼ ਕਾਰਨ ਉਹ ਵੱਧ ਜੇ ਤਾਂ ਫਿਰ ਤੁਹਾਨੂੰ ਪਤਾ ਕਿ ਐਕਸਟਰਾ ਚਾਰਜ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਲੱਗਦੇ ਹੈਗੇ ਆ। ਐਂਡ 30 kg ਦਾ ਬੈਗ ਉਹ ਵਾਈਲ ਚੈੱਕ ਇਨ ਆਪਦੇ ਕੋਲੇ ਮਤਲਬ ਰੱਖ ਲੈਂਦੇ ਹੈਗੇ ਆ, ਬਟ 7 kg ਵਾਲਾ ਯਾਦ ਰੱਖਿਓ ਜਿਹੜਾ ਬੈਗ ਹੁੰਦਾ ਉਹ ਆਪਾਂ ਪਲੇਨ ਦੇ ਵਿੱਚ ਨਾਲ ਲੈ ਕੇ ਜਾਣਾ ਹੁੰਦਾ, ਜਿਹਦੇ ਵਿੱਚ ਆਪਣੀਆਂ ਥੋੜੀਆਂ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਮਤਲਬ ਟਰੈਵਲਿੰਗ ਦੇ ਦੌਰਾਨ ਅਗਰ ਤੁਸੀਂ ਯੂਜ਼ ਕਰਨੀਆਂ ਹੈਗੀਆਂ ਤਾਂ ਯੂਜ਼ ਕਰ ਸਕਦੇ ਹੋ। ਤਾਂ ਉਹਦੇ ਵਿੱਚ ਤੁਸੀਂ ਉੱਦਾਂ ਦਾ ਸਮਾਨ ਪਾ ਸਕਦੇ ਹੈਗੇ ਹੋ। ਜਿਹੜਾ ਤੁਸੀਂ ਲਗੇਜ ਬੈਗ ਲੈ ਕੇ ਆਉਣਾ ਉਹਦੇ ਮੈਂ ਤੁਹਾਨੂੰ ਮੇਨ ਚੀਜ਼ ਇਹ ਦੱਸਣਾ ਚਾਹੁੰਦੀ ਸੀ ਕਿ ਜਦੋਂ ਤੁਸੀਂ ਬਾਏ ਕਰਨਾ ਹੈਗਾ ਪਹਿਲਾਂ ਨਹੀਂ ਖਰੀਦ ਕੇ ਰੱਖਣਾ, ਜਦੋਂ ਤੁਸੀਂ ਟਿਕਟ ਲਿੱਤੀ ਉਹਦੇ ਬੇਸਿਸ ਤੇ ਹੀ ਖਰੀਦਣਾ ਹੈਗਾ। ਇਹ ਨਹੀਂ ਕਿ ਪਹਿਲਾਂ ਖਰੀਦ ਕੇ ਰੱਖ ਲਓ, ਬਾਅਦ 'ਚ ਤੁਹਾਨੂੰ 30 kg ਵਾਲੀ ਟਿਕਟ ਮਿਲੀ ਜਾਂ 40 kg ਵਾਲੀ ਟਿਕਟ ਮਿਲੀ, ਫਿਰ ਤੁਹਾਡਾ ਬੈਗ ਵੇਸਟ ਹੋਵੇ। ਅਗਰ ਮੰਨ ਲਓ ਹੁਣ 30 kg ਦਾ ਬੈਗ ਆ ਤਾਂ ਜਦੋਂ ਤੁਸੀਂ ਸ਼ਾਪ ਤੇ ਲੈਣ ਜਾ ਰਹੇ ਹੈਗੇ ਉਸ ਟਾਈਮ ਦੇ ਉੱਪਰ ਉਸ ਬੈਗ ਨੂੰ ਪ੍ਰੋਪਰ ਦੇਖਣਾ ਹੈਗਾ, ਪ੍ਰੋਪਰ ਸਮਝਣਾ ਹੈ, ਪ੍ਰੋਪਰ ਆਪਦਾ ਇਮੈਜਿਨ ਕਰਨਾ ਕਿ ਮੈਂ ਇਹਦੇ ਵਿੱਚ ਅਗਰ 30 kg ਸਮਾਨ ਪਾਊਂਗਾ ਤਾਂ ਕੀ ਇਹ ਬੈਗ ਪ੍ਰੋਪਰਲੀ ਮੂਵ ਹੋ ਸਕੇਗਾ। ਏਅਰਪੋਰਟ ਦੇ ਉੱਪਰ ਕਈ ਜਗ੍ਹਾ ਦੇ ਉੱਪਰ ਨਾ ਮੈਟ ਲੱਗਿਆ ਹੋਇਆ ਹੈ ਕਿ ਮੈਟ ਦੇ ਉੱਪਰ ਉਹਦੇ ਵੀਲਸ ਚੰਗੀ ਤਰ੍ਹਾਂ ਮੂਵੇਬਲ ਹੋਣਗੇ। ਇਹ ਤਾਂ ਨਹੀਂ ਹੋਊਗਾ ਕਿ ਮੈਂ ਉਹਦੇ ਵਿੱਚ ਸਮਾਨ ਪਾਇਆ ਤੇ ਉਹਦੇ ਜਿਹੜੇ ਟਾਇਰ ਹੈਗੇ ਆ ਉਹ ਇੰਨੇ ਜ਼ਿਆਦਾ ਧੱਸ ਗਏ ਕਿ ਉਹ ਮੂਵ ਹੀ ਨਹੀਂ ਕਰ ਰਿਹਾ, ਕਿਉਂਕਿ ਇਹ ਚੀਜ਼ਾਂ ਆਮ ਤੌਰ ਤੇ ਬੱਚਿਆਂ ਨਾਲ ਹੁੰਦੀਆਂ ਹੈਗੀਆਂ ਨੇ। ਐਂਡ ਇਹ ਚੀਜ਼ ਜਦੋਂ ਮੈਂ ਆਈ ਸੀਗੀ ਮੇਰੇ ਜਿਹੜੇ ਨਾਲ ਦੇ ਪਰਸਨ ਸੀਗੇ ਉਹਨਾਂ ਨਾਲ ਇਹ ਚੀਜ਼ ਹੋਈ ਸੀ ਕਿ ਉਹ ਆਪਦੇ ਬੈਗ ਨੂੰ ਲੈ ਕੇ ਇੰਨੇ ਜ਼ਿਆਦਾ ਤੰਗ ਸੀਗੇ ਕਿ ਮੈਂ ਐਕਸਪਲੇਨ ਨਹੀਂ ਕਰ ਸਕਦੀ ਹੈਗੀ ਕਿ ਉਹਨਾਂ ਦਾ ਐਕਸਪੀਰੀਅੰਸ ਬਿਲਕੁਲ ਖਰਾਬ ਰਿਹਾ ਸੀਗਾ। ਐਂਡ ਸਾਡੇ ਨਾਲ ਇੱਕ ਇਸ਼ੂ ਇਹ ਵੀ ਹੋਇਆ ਸੀਗਾ ਕਿ ਜਦੋਂ ਸਾਡੀ ਸਿਡਨੀ ਫਲਾਈਟ ਸੀ ਤਾਂ ਅਸੀਂ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ 'ਚ ਜਾਣਾ ਸੀ ਤੇ ਸਿਡਨੀ ਦਾ 에ਅਰਪੋਰਟ ਬਹੁਤ ਵੱਡਾ ਤੇ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਬਹੁਤ ਜ਼ਿਆਦਾ ਦੂਰ ਸੀ, ਜਿਹਦੇ ਲਈ ਸਾਨੂੰ ਪਬਲਿਕ ਟਰਾਂਸਪੋਰਟ ਤੇ ਜਾਣਾ ਪਿਆ। ਐਂਡ ਜਾਣ ਵੇਲੇ ਉਹ ਸਾਰੇ ਬੈਗ ਨਾਲ ਘੜੀਸਣੇ ਪਏ, ਹੁਣ ਇਹੀ ਕਹਿ ਸਕਦੇ ਹੈਗੇ ਆ। ਐਂਡ ਜਦੋਂ ਉਹਨਾਂ ਨੂੰ ਉਹ ਬੈਗ ਘੜੀਸਣੇ ਪਏ ਤੇ ਉਹ ਚੱਕਣੇ ਪਏ ਤੇ ਉਹਨਾਂ ਨੂੰ ਇੰਨਾ ਜ਼ਿਆਦਾ ਔਖ ਹੋਈ ਨਾ ਕਿ ਮੈਂ ਐਕਸਪਲੇਨ ਨਹੀਂ ਕਰ ਸਕਦੀ ਤੁਹਾਨੂੰ ਵਰਡਸ ਦੇ ਵਿੱਚ। ਇਸੇ ਕਰਕੇ ਮੈਂ ਬੈਗਸ ਨੂੰ ਲੈ ਕੇ ਪਰਟੀਕੂਲਰ ਇਹ ਕੈਟੇਗਰੀ ਰੱਖੀ ਹੈਗੀ ਹੈ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਇਸ ਐਕਸਪੀਰੀਅੰਸ ਨੂੰ। ਐਂਡ ਇੱਕ ਚੀਜ਼ ਹੋਰ ਕਿ ਤੁਸੀਂ ਜੇ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡਾ weight ਜ਼ਿਆਦਾ ਹੋ ਰਿਹਾ, ਤੁਸੀਂ ਸਮਾਨ ਨਹੀਂ ਕੱਢਣਾ ਚਾਹੁੰਦੇ, ਤਾਂ ਤੁਸੀਂ ਆਪਦੇ ਬੈਗਸ ਦਾ weight ਵਧਵਾ ਵੀ ਸਕਦੇ ਹੈਗੇ ਹੋ। ਉਹਦੇ ਐਕਸਟਰਾ ਚਾਰजेस ਲੱਗਦੇ ਹੈਗੇ ਆ, ਉਹ ਤੁਸੀਂ weight ਐਡ ਆਨ ਕਰਵਾ ਸਕਦੇ ਹੋ ਜਦੋਂ ਤੁਸੀਂ ਟਿਕਟ ਕਰਵਾ ਰਹੇ ਹੈਗੇ ਇੰਡੀਆ ਤੋਂ ਹੀ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਜ਼ਿਆਦਾ ਸਮਾਨ ਲੈ ਕੇ ਆਉਣਾ, ਇਹ ਨਹੀਂ ਹੈਗਾ ਕਿ ਜਿੰਨਾ ਉਹਨਾਂ ਨੇ ਕਹਿਤਾ ਕਿ 30 kg ਆ ਤਾਂ ਤੁਸੀਂ 30 kg ਲੈ ਕੇ ਆਉਣਾ, ਜਿੰਨਾ ਮਰਜ਼ੀ ਤੁਸੀਂ ਐਡ ਕਰਾ ਸਕਦੇ ਹੋ, ਸਾਰਾ ਪੈਸੇ ਦੀ ਗੱਲ ਹੈਗੀ ਆ। ਪਰ ਇਹਦੀ ਬਜਾਏ ਮੈਂ ਤੁਹਾਨੂੰ ਇਹ ਪ੍ਰੀਫਰ ਕਰੂੰਗੀ ਕਿ ਤੁਸੀਂ ਪਾਰਸਲ ਕਰਵਾਓ। ਪਾਰਸਲ ਦੇ ਥੋੜੇ ਪੈਸੇ ਘੱਟ ਲੱਗਦੇ ਹੈਗੇ ਆ ਤੇ ਪਾਰਸਲ ਦੇ ਵਿੱਚ ਸਮਾਨ ਵੀ ਜ਼ਿਆਦਾ ਆ ਜਾਂਦਾ ਹੈਗਾ। ਐਂਡ ਜੇ ਤੁਹਾਨੂੰ ਲੱਗਿਆ ਕਿ ਕੋਈ ਚੀਜ਼ ਵੱਧਦੀ ਘੱਟਦੀ ਹੈਗੀ ਆ, ਬਾਅਦ ਵਿੱਚ ਤੁਸੀਂ ਇੱਥੇ ਆ ਕੇ ਦੇਖਣਾ ਕਰਨਾ ਹੈਗਾ ਕਿ ਮੈਂ ਆ ਮੰਗਵਾਵਾਂ ਕਿ ਨਾ ਮੰਗਵਾਵਾਂ, ਹਨਾ, ਤਾਂ ਤੁਸੀਂ ਬਾਅਦ 'ਚ ਪਾਰਸਲ ਕਰਵਾ ਸਕਦੇ ਹੋ। ਪਾਰਸਲ ਦੇ ਉੱਪਰ ਵੀ ਮੈਂ ਵੀਡੀਓ ਬਣਾਈ ਹੈਗੀ ਆ, ਤਾਂ ਆਰਾਮ ਨਾਲ ਪਾਰਸਲ ਇੱਥੇ ਆ ਜਾਂਦਾ ਹੈਗਾ, ਕੋਈ ਵੀ ਪ੍ਰੋਬਲਮ ਨਹੀਂ ਹੈਗੀ। ਸੋ ਇਹ ਸੀਗਾ ਸਾਰਾ ਬੈਗ ਨੂੰ ਲੈ ਕੇ ਤੇ ਡਾਕੂਮੈਂਟਸ ਨੂੰ ਲੈ ਕੇ। ਆਈ ਹੋਪ ਕਿ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ। ਫਿਰ ਵੀ ਅਗਰ ਤੁਹਾਨੂੰ ਕੋਈ ਡਾਊਟ ਹੋਇਆ ਨਾ, ਤੁਸੀਂ ਪਲੀਜ਼ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿਓ। ਮੈਂ ਤੁਹਾਡਾ ਡਾਊਟ ਅਗਲੀ ਆਉਣ ਵਾਲੀਆਂ ਜਿਹੜੀਆਂ ਮੇਰੀਆਂ ਕੈਟੇਗਰੀਜ਼ ਬਣਾਉਂਗੀ ਉਹਦੇ ਵਿੱਚ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ। ਐਂਡ ਤੇ ਜਿਹੜੀ ਮੈਂ ਤੁਹਾਨੂੰ ਟਿਪ ਦੇਣੀ ਸੀਗੀ ਜੌਬਸ ਨੂੰ ਲੈ ਕੇ, ਜਿਹੜੇ ਬੱਚੇ ਇਹ ਸੋਚਦੇ ਆ ਕਿ ਸਾਡੇ ਕੋਲੇ ਜਿਵੇਂ ਹੁਣ ਫੈਬ ਇਨਟੇਕ ਤੱਕ ਬਹੁਤ ਸਾਰਾ ਟਾਈਮ ਹੈਗਾ ਤਾਂ ਅਸੀਂ ਕੀ ਕਰੀਏ, ਹਨਾ, ਉਸ ਟਾਈਮ ਨੂੰ ਕਿਵੇਂ ਯੂਟਿਲਾਈਜ਼ ਕਰੀਏ। ਤਾਂ ਪਹਿਲਾ ਯੂਟਿਲਾਈਜੇਸ਼ਨ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਕਿ ਤੁਸੀਂ ਆਪਦਾ ਪ੍ਰੋਪਰ ਚੈੱਕਅਪ ਕਰਵਾਓ, ਆਪਦਾ ਬਲੱਡ ਚੈੱਕਅਪ ਕਰਵਾਓ, ਆਪਦੀ ਸਿਹਤ ਵੱਲ ਥੋੜਾ ਧਿਆਨ ਦਿਓ, ਠੀਕ ਹੈ। ਸੈਕੰਡਲੀ ਤੁਸੀਂ ਸਕਿੱਲ ਸਿੱਖ ਕੇ ਆਉਣੀ ਹੈਗੀ ਆ। ਜਿਵੇਂ ਹੁਣ ਤੁਹਾਡੇ ਕੋਲੇ ਆਲਮੋਸਟ 3 ਮੰਥਸ ਹੈਗੇ ਨੇ ਤਾਂ ਇਹਨਾਂ 3 ਮੰਥਸ ਦੇ ਵਿੱਚ ਬॉयਜ਼ ਜਿਹੜੇ ਹੈਗੇ ਆ ਉਹ ਕਾਰਪੈਂਟਰਿੰਗ ਦਾ ਕੰਮ, ਟਾਈਲਿੰਗ ਦਾ ਕੰਮ, ਬ੍ਰਿਕਲੇਅਰਿੰਗ ਦਾ ਕੰਮ ਜਾਂ ਇਲੈਕਟ੍ਰੀਸ਼ੀਅਨ ਦਾ ਕੰਮ ਜ਼ਰੂਰ ਸਿੱਖ ਕੇ ਆਉਣ। ਇਹਦੇ ਵਿੱਚ ਜਿਹਦੇ ਵਿੱਚ ਵੀ ਤੁਹਾਡਾ ਇੰਟਰਸਟ ਹੈਗਾ ਉਹ ਸਿੱਖ ਕੇ ਆਉਣ। ਵੈਸੇ ਦੇਖੋ ਇੱਥੇ ਜੌਬਸ ਹੈਗੀਆਂ ਨੇ ਜਿਹੜੇ ਤੁਸੀਂ ਆਨਸਾਰ ਲੱਗ ਸਕਦੇ ਹੋ ਜੌਬਸ, ਜਿਵੇਂ ਕਿ ਕਲੀਨਿੰਗ ਦੀ ਜੌਬ ਹੋ ਗਈ, ਰੈਸਟੋਰੈਂਟ ਦੀ ਜੌਬ ਹੋ ਗਈ ਜਾਂ ਕਿਸੇ ਸ਼ਾਪਿੰਗ ਸੈਂਟਰ ਦੇ ਵਿੱਚ, ਜਿਹਦੇ ਲਈ ਤੁਹਾਨੂੰ ਕੋਈ ਵੀ ਡਿਪਲੋਮੇ ਦੀ ਜਾਂ ਕੋਈ ਵੀ ਐਕਸਟਰਾ ਡਾਕੂਮੈਂਟ ਦੀ ਲੋੜ ਨਹੀਂ ਪੈਂਦੀ, ਜਿਵੇਂ ਕਿ ਏਜ ਕੇਅਰ ਦੇ ਵਿੱਚ ਪੈਂਦੀ
ਹੈਗੀ ਆ, ਜਾਂ ਆਪਾਂ ਡਿਸੇਬਿਲਿਟੀ ਦੇ ਵਿੱਚ ਆਪਾਂ ਨੂੰ ਕੋਰਸ ਕਰਨੇ ਪੈਂਦੇ ਆ, ਥੋੜਾ ਇਨਵੈਸਟ ਕਰਨਾ ਪੈਂਦਾ। ਪਰ ਇਹ ਜਿਹੜੀਆਂ ਜੌਬਸ ਹੈਗੀਆਂ ਨਾ, ਕਲੀਨਿੰਗ ਦੀ ਜੌਬ ਹੈ ਜਾਂ ਰੈਸਟੋਰੈਂਟ ਦੀ, ਇਹਦੇ ਵਿੱਚ ਆਲਰੇਡੀ ਇੰਨੇ ਬੱਚੇ ਹੈਗੇ ਜਿਨ੍ਹਾਂ ਕੋਲੇ ਸਕਿੱਲ ਹੈ ਨਹੀਂ, ਤੇ ਉਹਨਾਂ ਨੂੰ ਇਹੋ ਜਿਹੀਆਂ ਜੌਬਸ ਹੀ ਕਰਨੀਆਂ ਪੈਂਦੀਆਂ ਨੇ। ਪਰ ਜੇ ਤੁਸੀਂ ਉਹਨਾਂ ਤੋਂ ਅਲੱਗ ਰਹਿਣਾ ਚਾਹੁੰਦੇ ਹੋ, ਭੀੜ ਤੋਂ ਅਲੱਗ ਰਹਿਣਾ ਚਾਹੁੰਦੇ ਹੋ, ਪੈਸੇ ਉਹਨਾਂ ਨਾਲੋਂ ਜ਼ਿਆਦਾ ਕਮਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਬॉयਜ਼ ਨੂੰ ਇਹ ਸਾਰੀਆਂ ਸਕਿੱਲਸ ਸਿੱਖ ਕੇ ਆਉਣੀਆਂ ਚਾਹੀਦੀਆਂ ਹੈਗੀਆਂ, ਕਿਉਂਕਿ ਇਹ ਸਕਿੱਲਸ ਇੱਦਾਂ ਦੀਆਂ ਨੇ ਕਿ 6 ਮਹੀਨੇ ਅਗਰ ਤੁਸੀਂ ਇੱਥੇ ਕਿਸੇ ਨਾਲ ਵੀ ਲਗਾ ਲਓਗੇ, ਤੁਹਾਨੂੰ ਆਈਡੀਆ ਹੋ ਜਾਏਗਾ ਕਿ ਕਿਸ ਤਰੀਕੇ ਨਾਲ ਕੰਮ ਚੱਲਦਾ ਹੈਗਾ, ਤੇ ਇਸ ਤੋਂ ਬਾਅਦ ਤੁਸੀਂ ਆਪਦਾ ਵੀ ਕੰਮ ਤੋੜ ਸਕਦੇ ਹੈਗੇ ਹੋ, ਜੋ ਕਿ ਬਹੁਤ ਜ਼ਿਆਦਾ ਵਧੀਆ ਹੈਗਾ। ਸੈਕੰਡਲੀ, ਜੇ ਮੈਂ ਗਰਲਸ ਦੀ ਗੱਲ ਕਰਾਂ ਤਾਂ ਗਰਲਸ ਨੂੰ ਜਿਵੇਂ ਬੁਟੀਕ ਦਾ ਕੰਮ ਹੋ ਗਿਆ ਤੇ ਬਿਊਟੀ ਪਾਰਲਰ ਦਾ ਕੰਮ ਹੋ ਗਿਆ, ਇਹ ਦੋ ਕੰਮ ਇਹੋ ਜਿਹੇ ਨੇ ਜਿਹੜੀਆਂ ਗਰਲਸ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੀਆਂ ਨੇ, ਤੇ ਤੁਹਾਡੇ ਕੋਲ ਇਹਦਾ ਸਰਟੀਫਿਕੇਟ ਹੋਣਾ ਚਾਹੀਦਾ। ਜਿਵੇਂ ਕਿ ਬੁਟੀਕ ਦਾ ਹੋ ਗਿਆ ਜਾਂ ਬਿਊਟੀ ਪਾਰਲਰ ਦਾ ਆਮ ਤੌਰ ਤੇ ਮਿਲ ਹੀ ਜਾਂਦੇ ਨੇ ਸਰਟੀਫਿਕੇਟਸ, ਚਾਹੇ ਤਾਂ ਤੁਸੀਂ ਹੇਅਰ ਕਟਿੰਗ ਦਾ ਸਿੱਖਿਆ ਹੋ, ਚਾਹੇ ਤੁਸੀਂ ਫੇਸ ਦਾ ਕੋਈ ਵੀ ਸਿੱਖਿਆ ਹੋ, ਨੇਲਸ ਦਾ ਸਿੱਖਿਆ ਹੋ, ਨੇਲਸ ਦਾ ਇੱਥੇ ਕੰਮ ਬਹੁਤ ਜ਼ਿਆਦਾ ਚੱਲਦਾ, ਨੇਲਸ ਐਕਸਟੈਂਸ਼ਨਸ ਦਾ। ਤਾਂ ਇਹ ਚੀਜ਼ਾਂ ਇੰਨੀਆਂ ਜ਼ਿਆਦਾ ਫਾਇਦੇਮੰਦ ਹੋਣਗੀਆਂ ਕਿ ਇਨ ਕੇਸ ਜੇ ਤੁਹਾਨੂੰ ਕੋਈ ਕੰਮ ਨਹੀਂ ਵੀ ਮਿਲ ਰਿਹਾ, ਤਾਂ ਤੁਸੀਂ ਆਪਦੇ ਘਰੇ ਬੈਠ ਕੇ ਵੀ ਇਸ ਚੀਜ਼ ਦਾ ਬਿਜ਼ਨਸ ਕਰ ਸਕਦੇ ਹੈਗੇ ਹੋ। ਈਵਨ ਕਿ ਇੱਥੇ ਜਿਹੜੇ ਪੰਜਾਬੀ ਕੁੜੀਆਂ ਹੈਗੀਆਂ ਨੇ, ਉਹ ਪੰਜਾਬੀ ਕੁੜੀਆਂ ਤੋਂ ਹੀ ਇਹੋ ਜਿਹੇ ਸਾਰੇ ਕੰਮ ਕਰਵਾਉਣਾ ਪ੍ਰੀਫਰ ਕਰਦੀਆਂ ਨੇ ਰੈਦਰ ਦੈਨ ਕਿ ਇਹਨਾਂ ਗੋਰਿਆਂ ਕੋਲੇ। ਤੁਹਾਡੇ ਲਈ ਇੱਕ ਬਹੁਤ ਹੀ ਬੈਨੀਫੀਸ਼ੀਅਲ ਮੂਵ ਰਹੇਗਾ। ਸੈਕੰਡ, ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਆ ਬੁਟੀਕ ਦੀ, ਇੱਥੇ ਜਿਵੇਂ ਹੁਣ ਅਸੀਂ ਰੀਸੈਂਟਲੀ ਤੀਆਂ ਦੇ ਮੇਲੇ ਤੇ ਗਏ ਸੀ, ਉੱਥੇ ਮੈਂ ਕੀ ਦੇਖਿਆ ਕਿ ਜਿਹੜੀਆਂ ਕੁੜੀਆਂ ਕੋਲੇ ਬੁਟੀਕ ਦੀ, ਸੂਟ ਸਿਉਣ ਦੀ ਜਾਂ ਇਹ ਚੀਜ਼ ਦੀ ਸਕਿੱਲ ਹੈ ਨਾ, ਉਹ ਉੱਥੇ ਸੂਟ ਸਟਿਚ ਕਰਕੇ $200 ਦੇ, $100 ਦੇ, $300 ਦੇ ਵੇਚ ਰਹੀਆਂ ਨੇ, ਜਾਂ ਫਿਰ ਆਪਦਾ ਬੁਟੀਕ ਇੱਥੇ ਖੋਲਿਆ ਹੋਇਆ ਹੈਗਾ, ਜਿਹਦੇ ਲਈ ਆਈ ਨੋ ਦੈਟ ਕਿ ਥੋੜਾ ਟਾਈਮ ਲੱਗੇਗਾ, ਥੋੜੀ ਇਨਵੈਸਟਮੈਂਟ ਲੱਗੇਗੀ, ਬਟ ਤੁਸੀਂ ਸਾਈਡ ਬਾਏ ਸਾਈਡ ਬਿਜ਼ਨਸ ਇਹਨਾਂ ਚੀਜ਼ਾਂ 'ਚ ਕਰ ਸਕਦੇ ਹੈਗੇ ਹੋ। ਜਦੋਂ ਤੁਹਾਡੇ ਕੋਲ ਟਾਈਮ ਫ੍ਰੀ ਹੈਗਾ, ਦੈਨ ਵਾਈ ਨਾਟ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਉੱਪਰ ਆਪਦਾ ਥੋੜਾ ਫੋਕਸ ਕਰੋ। ਦਿਸ ਇਜ਼ ਆਲ ਅਬਾਊਟ ਟੁਡੇਜ਼ ਵੀਡੀਓ। ਵੈਸੇ ਵੀਡੀਓ ਕਾਫੀ ਲੰਮੀ ਹੋ ਗਈ ਹੈਗੀ ਆ, ਐਂਡ ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਰਾ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰ ਪਾਵਾਂ, ਐਂਡ ਜਿੰਨਾ ਕੁਝ ਵੀ ਰਹਿ ਗਿਆ ਹੈਗਾ ਉਹ ਮੈਂ ਨੈਕਸਟ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ। ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ, ਦੈਨ ਪਲੀਜ਼ ਇਸ ਨੂੰ ਲਾਈਕ ਜ਼ਰੂਰ ਕਰਿਓ ਅਤੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ, ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜੇ ਤੁਹਾਨੂੰ ਕੋਈ ਵੀ ਡਾਊਟ ਹੋਇਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਂ ਜ਼ਰੂਰ ਕੋਸ਼ਿਸ਼ ਕਰੂੰਗੀ ਕਿ ਤੁਹਾਡੇ ਉਹਨਾਂ ਡਾਊਟਸ ਨੂੰ ਜਾਂ ਉਹਨਾਂ ਕਮੈਂਟਸ ਨੂੰ ਰਿਪਲਾਈ ਕਰ ਪਾਵਾਂ। ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਬਾਏ ਐਂਡ ਆਲ ਦੀ ਬੈਸਟ ਟੂ ਆਲ।